ਸਿੱਖ ਅਤੇ ਵਾਹਿਗੁਰੂ ਦੇ ਕਈ ਰਿਸ਼ਤੇ। ਦੁਨੀਆ ਦੇ ਰਿਸ਼ਤੇ ਆਮ ਕਰਕੇ ਬਦਲਦੇ ਨਹੀਂ। ਸਾਡਾ ਨੌਕਰ ਆਮ ਕਰਕੇ ਨੌਕਰ ਹੀ ਰਹਿੰਦਾ ਹੈ। ਸਾਡੀ ਨੌਕਰੀ ਛੱਡ ਕੇ ਕਿਸੇ ਹੋਰ ਦੀ ਨੌਕਰੀ ਕਰ ਸਕਦਾ ਹੈ, ਪਰ ਆਮ ਜੀਵਨ ਵਿੱਚ ਉਹ ਨੌਕਰ ਹੀ ਰਹਿੰਦਾ ਹੈ। ਸਾਡੀ ਇਸਤਰੀ ਹਮੇਸ਼ਾ ਸਾਡੀ ਇਸਤਰੀ ਹੀ ਰਹਿੰਦੀ ਹੈ ਤੇ ਸਾਡਾ ਪੁੱਤਰ ਹਮੇਸ਼ਾ ਸਾਡਾ ਪੁੱਤਰ ਹੀ ਰਹਿੰਦਾ ਹੈ। ਪਰ ਸਿੱਖ ਤੇ ਵਾਹਿਗੁਰੂ ਦਾ ਰਿਸ਼ਤਾ ਐਸਾ ਅਜੀਬ ਹੈ ਜਿਹੜਾ ਹਮੇਸ਼ਾ ਬਦਲਦਾ ਰਹਿੰਦਾ ਹੈ। ਹਾਂ, ਇਸ ਦਾ ਜਲਦੀ ਜਲਦੀ ਬਦਲਣਾ ਜਾਂ ਹੌਲੀ ਹੌਲੀ ਬਦਲਣਾ ਇਹ ਸਿੱਖ ਦੀ ਆਪਣੀ ਇੱਛਾ ਤੇ ਨਿਰਭਰ ਕਰਦਾ ਹੈ। ਵਾਹਿਗੁਰੂ ਵੱਲੋਂ ਸਿੱਖ ਨੂੰ ਖੁੱਲ੍ਹ ਹੈ ਕਿ ਉਹ ਆਪਣਾ ਰਿਸ਼ਤਾ ਆਪਣੀ ਮਰਜ਼ੀ ਅਨੁਸਾਰ ਵਾਹਿਗੁਰੂ ਨਾਲ ਜੋੜ ਸਕੇ। ਪਹਿਲੋਂ ਪਹਿਲ ਸਿੱਖ ਨੂੰ ਵਾਹਿਗੁਰੂ ਜੀ ਦਾ ਕੋਈ ਪਤਾ ਨਹੀਂ ਹੁੰਦਾ। ਹਾਂ, ਆਪਣੇ ਸਤਿਗੁਰੂ ਤੋਂ ਵਾਹਿਗੁਰੂ ਜੀ ਦੀਆਂ ਸਿਫਤਾਂ ਸੁਣ ਸੁਣ ਕੇ ਸਿੱਖ ਦੇ ਦਿਲ ਵਿੱਚ ਵਾਹਿਗੁਰੂ ਦੇ ਮਿਲਣ ਦਾ ਚਾਅ ਪੈਦਾ ਹੁੰਦਾ ਹੈ। ਜਦੋਂ ਸਤਿਗੁਰੂ ਜੀ ਸਿੱਖ ਨੂੰ ਵਾਹਿਗੁਰੂ ਦੀਆਂ ਸਿਫਤਾਂ ਕਰ ਕਰਕੇ ਦੱਸਦੇ ਨੇ, ਜਿਵੇਂ ਸ੍ਰੀ ਰਾਗ ਵਿੱਚ ਮਹਾਰਾਜ ਗੁਰੂ ਅਰਜਨ ਦੇਵ ਜੀ ਆਖਦੇ ਨੇ, ਪ੍ਰੀਤ ਲੱਗੀ ਤਿਸ ਸੱਚ ਸਿਉ ਮਰੈ ਨਾ ਆਵੈ ਜਾਏ, ਨਾ ਵਿਛੋੜਿਆਂ ਵਿਛੁੜੈ ਸਭ ਮੈਂ ਰਹਾ ਸਮਾਏ। ਦੀਨ ਦਰਦ ਦੁਖ ਭੰਜਨਾ ਸੇਵਕ ਕੈ ਸਤ ਪਾਏ, ਅਚਰਜ ਰੂਪ ਨਿਰੰਜਨੋ ਗੁਰ ਮੇ ਲਾਇਆ ਮਾਏ। ਭਾਈ ਰੇ ਮੀਤ ਕਰੋ ਪ੍ਰਭ ਸੋਏ, ਮਾਇਆ ਮੋਹ ਪ੍ਰੀਤ ਤ੍ਰਿਗ ਸੁਖੀ ਨਾ ਦੀਸੈ ਕੋਏ। ਰਹਾਓ। ਦਾਨਾ ਦਾਤਾ ਸ਼ੀਲਵੰਤ ਨਿਰਮਲ ਰੂਪ ਅਪਾਰ, ਸਖਾ ਸਹਾਈ ਅਤ ਵੱਡਾ ਊਚਾ ਵੱਡਾ ਅਪਾਰ। ਬਾਲਕ ਬਿਰਧ ਨਾ ਜਾਣੀਐ ਨਿਚਲ ਤਿਸ ਦਰਬਾਰ, ਜੋ ਮੰਗੀਐ ਸੋਈ ਪਾਈਐ ਨਿਧਾਰਾਂ ਆਧਾਰ। ਜਿਸ ਪੇਖਤ ਕਿਲ ਵਿਖ ਹਰੈ ਮਨ ਤਨ ਹੋਵੈ ਸ਼ਾਂਤ, ਇਕ ਮਨ ਏਕ ਧਿਆਈਐ ਮਨ ਕੀ ਲਾਹੇ ਭਰਾਂਤ। ਗੁਣ ਨਿਧਾਨ ਨਵਤਨ ਸਦਾ ਪੂਰਨ ਜੰਗ ਕੀ ਦਾਤ, ਸਦਾ ਸਦਾ ਆਰਾਧੀਐ ਦਿਨ ਵਿਸਰਉ ਨਹੀਂ ਰਾਤ। ਜਿਨ ਕਉ ਪੂਰਬ ਲਿਖਿਆ ਤਿਨ ਕਾ ਸਖਾ ਗੋਵਿੰਦ, ਤਨ ਮਨ ਧਨ ਅਰਪੀ ਸਭੋ ਸਗਲ ਵਾਰੀਐ ਇਹ ਜਿੰਦ। ਦੇਖੈ ਸੁਣੈ ਹਦੂਰ ਸਦ ਘਟ ਘਟ ਬ੍ਰਹਮ ਰਵਿੰਦ, ਅਕਿਰਤ ਕਣਾ ਨੂੰ ਪਾਲਦਾ ਪ੍ਰਭ ਨਾਨਕ ਸਦ ਬਖਸ਼ਿੰਦ। ਤਾਂ ਫਿਰ ਸਿੱਖ ਦੇ ਦਿਲ ਵਿੱਚ ਗੁਰੂ ਦੇ ਦੱਸੇ ਅਨੁਸਾਰ ਇਹੋ ਜਿਹੀਆਂ ਸਿਫਤਾਂ ਵਾਲੇ ਵਾਹਿਗੁਰੂ ਨੂੰ ਮਿਲਣ ਦੀ ਰੀਝ ਪੈਦਾ ਹੁੰਦੀ ਹੈ। ਜਿਵੇਂ ਜਿਵੇਂ ਸਿੱਖ ਗੁਰੂ ਜੀ ਦੇ ਦੱਸੇ ਅਨੁਸਾਰ ਗੁਰੂ ਦੇ ਉਪਦੇਸ਼ ਦੀ ਕਮਾਈ ਕਰਦਾ ਹੈ, ਉਵੇਂ ਉਵੇਂ ਉਸ ਦੀ ਵਾਹਿਗੁਰੂ ਜੀ ਨੂੰ ਮਿਲਣ ਦੀ ਰੀਝ ਪ੍ਰਬਲ ਤੇ ਤੀਖਣ ਹੁੰਦੀ ਜਾਂਦੀ ਹੈ। ਸਿੱਖ ਦਾ ਪ੍ਰੇਮ ਤੇ ਰੀਝ ਗੁਰੂ ਦੇ ਉਪਦੇਸ਼ ਦੀ ਕਮਾਈ ਅਨੁਸਾਰ ਕਈ ਰੂਪ ਵਟਾਉਂਦੀ ਚਲੀ ਜਾਂਦੀ ਹੈ। ਪਹਿਲੋਂ ਪਹਿਲ ਸਿੱਖ ਆਪਣੇ ਆਪ ਨੂੰ ਵਾਹਿਗੁਰੂ ਦਾ ਸੇਵਕ ਸਮਝਣ ਵਿੱਚ ਬੜੀ ਖੁਸ਼ੀ ਪ੍ਰਤੀਤ ਕਰਦਾ ਹੈ। ਇਸ ਅਵਸਥਾ ਵਿੱਚ ਉਹ ਵਾਹਿਗੁਰੂ ਜੀ ਨੂੰ ਜਗਤ ਵਿੱਚ ਹਰ ਪਾਸੇ ਰਮਿਆ ਜਾਣ ਕੇ ਜਗਤ ਦੀ ਸੇਵਾ, ਸਮਾਜ ਦੀ ਸੇਵਾ, ਬਾਲ ਬੱਚਿਆਂ ਦੀ ਸੇਵਾ, ਮਾਤਾ ਪਿਤਾ ਦੋਸਤਾਂ ਜਾਂ ਸਤਸੰਗੀਆਂ ਦੀ ਸੇਵਾ ਕਰਦਾ ਹੈ ਤੇ ਸਾਰੀ ਸੇਵਾ ਵਾਹਿਗੁਰੂ ਦੇ ਨਿਮਿਤ ਤੇ ਸਭ ਵਿੱਚ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਸਮਝ ਕੇ ਕਰਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਇਸ ਅਵਸਥਾ ਦੇ ਸਿੱਖ ਨੂੰ ਇਸ ਤਰ੍ਹਾਂ ਦੇ ਸ਼ਬਦ ਬੜੇ ਚੰਗੇ ਲੱਗਦੇ ਨੇ। ਸੋ ਭਗਤ ਹਰ ਭਾਵਦੇ ਜੋ ਗੁਰਮੁਖ ਪਾਏ ਚਲਨ, ਜਾਂ ਫਿਰ ਆਪ ਛੋੜ ਸੇਵਾ ਕਰਨ ਜੀਵਤ ਮੂਏ ਰਹਨ। ਜਾਂ ਫਿਰ ਐਸੀ ਸੇਵਕ ਸੇਵਾ ਕਰੈ ਜਿਸ ਕਾ ਜੀਉ ਤਿਸ ਆਗੈ ਧਰੈ। ਅਥਵਾ ਸਾਹਿਬ ਭਾਵੈ ਸੋ ਪ੍ਰਵਾਨ, ਸੋ ਸੇਵਕ ਦਰਗਹਿ ਪਾਵੈ ਮਾਣ। ਜਾਂ ਫਿਰ
ਨਾਨਕ ਸੇਵਕ ਸੋਈ ਆਖੀਐ ਜੋ ਸਿਰ ਧਰੇ ਉਤਾਰ। ਅਥਵਾ ਸੇਵਕ ਕਉ ਸੇਵਾ ਬਣ ਆਈ, ਹੁਕਮ ਬੂਝ ਪਰਮ ਪਦ ਪਾਈ। ਜਦੋਂ ਗੁਰੂ ਕਾ ਸਿੱਖ ਸੇਵਾ ਕਰਦਾ ਕਰਦਾ ਸੇਵਕ ਦੀ ਅਵਸਥਾ ਵਿੱਚ ਪਰਪੱਕ ਹੋ ਜਾਂਦਾ ਹੈ, ਤਾਂ ਫਿਰ ਗੁਰਬਾਣੀ ਉਸ ਨੂੰ ਇਸ ਤਰ੍ਹਾਂ ਸਮਝਾਉਣਾ ਸ਼ੁਰੂ ਕਰਦੀ ਹੈ, ਜਾਂ ਫਿਰ ਇਸ ਤਰ੍ਹਾਂ ਆਖੋ ਕਿ ਸਿੱਖ ਨੂੰ ਗੁਰਬਾਣੀ ਵਿੱਚੋਂ ਇਸ ਤਰ੍ਹਾਂ ਦਾ ਉਪਦੇਸ਼ ਚੰਗਾ ਲੱਗਣ ਲੱਗ ਪੈਂਦਾ ਹੈ ਕਿ ਵੇਖ, ਸਾਰੀ ਉਮਰ ਵਾਹਿਗੁਰੂ ਦਾ ਸੇਵਕ ਹੀ ਨਹੀਂ ਬਣੇ ਰਹਿਣਾ। ਹੁਣ ਜ਼ਰਾ ਵਾਹਿਗੁਰੂ ਦੇ ਨੇੜੇ ਹੋ ਕੇ ਵੇਖ, ਉਹ ਸਿਰਫ ਤੇਰਾ ਸਾਹਿਬ ਹੀ ਨਹੀਂ, ਤੇਰਾ ਮਿੱਤਰ ਵੀ ਹੈ, ਤੇਰਾ ਦੋਸਤ ਵੀ ਹੈ। ਸਾਹਿਬ ਤੇ ਸੇਵਕ ਦੇ ਰਿਸ਼ਤੇ ਵਿੱਚ ਸੇਵਕ ਦੇ ਦਿਲ ਵਿੱਚ ਸਾਹਿਬ ਦਾ ਡਰ ਹੁੰਦਾ ਹੈ। ਉਹ ਸਭ ਕੰਮ ਸਾਹਿਬ ਨੂੰ ਖੁਸ਼ ਕਰਨ ਲਈ ਕਰਦਾ ਹੈ, ਪਰ ਇਹ ਰਿਸ਼ਤਾ ਕੋਈ ਆਦਰਸ਼ਕ ਰਿਸ਼ਤਾ ਨਹੀਂ। ਮਾਲਕ ਤੇ ਚਾਕਰ ਦੇ ਰਿਸ਼ਤੇ ਨਾਲੋਂ ਮਿੱਤਰ ਜਾਂ ਦੋਸਤ ਵਾਲਾ ਰਿਸ਼ਤਾ ਚੰਗੀ ਰਹਿ। ਹੁਣ ਤੂੰ ਵਾਹਿਗੁਰੂ ਨੂੰ ਆਪਣਾ ਪਰਮ ਮਿੱਤਰ ਜਾਂ ਪੱਕਾ ਦੋਸਤ ਸਮਝਿਆ ਕਰ। ਤੂੰ ਹੁਣ ਵਾਹਿਗੁਰੂ ਤੋਂ ਡਰਿਆ ਨਾ ਕਰ, ਸਗੋਂ ਉਸ ਨੂੰ ਆਪਣਾ ਸੱਚਾ ਹਮਦਰਦ ਤੇ ਖੈਰਖਾਹ ਸਮਝਿਆ ਕਰ। ਉਹ ਹੁਣ ਤੇਰਾ ਸਿਰਫ ਸਾਹਿਬ ਹੀ ਨਹੀਂ, ਸਗੋਂ ਤੇਰੀ ਸੇਵਾ ਤੋਂ ਖੁਸ਼ ਹੋ ਕੇ ਉਸਨੇ ਤੈਨੂੰ ਆਪਣਾ ਦੋਸਤ ਬਣਾ ਲਿਆ। ਇਸ ਅਵਸਥਾ ਦੇ ਗੁਰਸਿੱਖ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਇਸ ਤਰ੍ਹਾਂ ਦੇ ਸ਼ਬਦ ਫਿਰ ਬੜੇ ਚੰਗੇ ਲੱਗਣੇ ਸ਼ੁਰੂ ਹੁੰਦੇ ਨੇ। ਡਰ ਡਰ ਮਰਤੇ ਜਬ ਜਾਨੀਐ ਦੂਰ, ਡਰ ਚੂਕਾ ਦੇਖਿਆ ਭਰਪੂਰ। ਜਾਂ ਇਹ ਕਨੇਹੀ ਚਾਕਰੀ ਜਿਤ ਭਉ ਖਸਮ ਨਾ ਜਾਏ। ਗੁਰਸਿੱਖ ਨੂੰ ਸਿਮਰਨ ਕਮਾਈ ਅਤੇ ਗੁਰਬਾਣੀ ਦੀ ਵਿਚਾਰ ਇੱਕ ਦਿਨ ਸੇਵਕ ਦੇ ਦਰਜੇ ਤੋਂ ਉੱਚਿਆਂ ਚੁੱਕ ਕੇ ਵਾਹਿਗੁਰੂ ਦੇ ਮਿੱਤਰ ਦਾ ਦਰਜਾ ਦਿਵਾ ਦਿੰਦੀ ਹੈ। ਇਸ ਅਵਸਥਾ ਵਿੱਚ ਗੁਰੂ ਕਾ ਸਿੱਖ ਇਹ ਵੇਖ ਕੇ ਹੈਰਾਨ ਹੋ ਜਾਂਦਾ ਹੈ ਕਿ ਹੁਣ ਵਾਹਿਗੁਰੂ ਜੀ ਉਸ ਦੀ ਸੇਵਾ ਕਰ ਰਹੇ ਨੇ, ਉਸ ਦੇ ਸ਼ੁਭ ਚਿੰਤਕ ਤੇ ਪਰਮ ਮਿੱਤਰ ਨੇ, ਦਿਨ ਰਾਤ ਉਸ ਦੀ ਰਾਖੀ ਕਰਦੇ ਨੇ, ਤੇ ਉਸ ਨੂੰ ਉਸ ਦੇ ਆਪਣੇ ਅੰਦਰੋਂ ਹੀ ਸ਼ੁਭ ਫੁਰਨੇ ਭੇਜ ਕੇ ਹਰ ਪਾਸੇ ਉਸ ਦੀ ਰਹਿਨੁਮਾਈ ਕਰ ਰਹੇ ਨੇ। ਇਸ ਅਵਸਥਾ ਦੇ ਗੁਰੂ ਕੇ ਸਿੱਖ ਨੂੰ ਵਾਹਿਗੁਰੂ ਨੂੰ ਆਪਣੇ ਨਾਲੋਂ ਵੀ ਵਧੇਰੇ ਆਪਣਾ ਸ਼ੁਭ ਚਿੰਤਕ ਤੇ ਹਮਦਰਦ ਵੇਖ ਕੇ ਬੜੀ ਹੈਰਾਨੀ ਹੁੰਦੀ ਹੈ। ਆਪਣੇ ਮਿੱਤਰ ਵਾਹਿਗੁਰੂ ਨੂੰ ਜਦੋਂ ਗੁਰੂ ਕਾ ਸਿੱਖ ਸਮਰੱਥ, ਬੇਪਰਵਾਹ ਤੇ ਸਭ ਘਟਨਾਵਾਂ ਦਾ ਕਾਰਨ ਕਰਨ ਵੇਖਦਾ ਹੈ, ਤਾਂ ਉਹਦੇ ਵਿੱਚ ਅਜੀਬ ਤਸੱਲੀ, ਸ਼ਾਂਤੀ ਤੇ ਨਿਰਭੈਤਾ ਪੈਦਾ ਹੋ ਜਾਂਦੀ ਹੈ। ਉਹ ਆਪਣੇ ਮਿੱਤਰ ਵੱਲੋਂ ਆਪਣੀ ਇਤਨੀ ਸਹਾਇਤਾ, ਹਰ ਵੇਲੇ ਖਬਰ ਰੱਖਣ ਵਾਲੀ ਭਾਵਨਾ ਵੇਖ ਕੇ ਕਿਸੇ ਵੇਲੇ ਬੜਾ ਸ਼ਰਮਿੰਦਾ ਹੁੰਦਾ ਹੈ ਤੇ ਬੜੀ ਨਿਮਰਤਾ ਨਾਲ ਆਖਦਾ ਹੈ, ਹੇ ਸੱਚੇ ਪਾਤਸ਼ਾਹ, ਤੂੰ ਮੈਨੂੰ ਸੇਵਕ ਤੋਂ ਚੁੱਕ ਕੇ ਆਪਣਾ ਮਿੱਤਰ ਬਣਾ ਲਿਆ। ਮੈਂ ਤੇ ਇਸ ਪਦਵੀ ਦੇ ਯੋਗ ਨਹੀਂ ਸਾਂ, ਮੈਂ ਤਾਂ ਅਜੇ ਵੀ ਤੇਰਾ ਦਾਸ ਹਾਂ। ਤੂੰ ਮੈਨੂੰ ਨਿਮਾਣੇ ਨੂੰ ਆਪਣੀ ਮਿੱਤਰਤਾਈ ਦਾ ਮਾਣ ਬਖਸ਼ ਕੇ ਡਾਢਾ ਸ਼ਰਮਿੰਦਾ ਕਰ ਰਿਹਾ। ਮੈਂ ਤਾਂ ਤੇਰਾ ਸੇਵਕ ਹੋਣ ਦਾ ਵੀ ਯੋਗ ਨਹੀਂ, ਪਰ ਤੂੰ ਮੈਨੂੰ ਆਪਣਾ ਮਿੱਤਰ ਸਮਝਦਾ ਹੈ। ਇਹ ਤੇਰੀ ਕੀ ਅਚਰਜ ਲੀਲਾ ਹੈ। ਹੁਣ ਗੁਰੂ ਕੇ ਸਿੱਖ ਨੂੰ ਗੁਰਬਾਣੀ ਵਿੱਚੋਂ ਇਸ ਤਰ੍ਹਾਂ ਦੇ ਸ਼ਬਦ ਡਾਢੇ ਚੰਗੇ ਲੱਗਦੇ ਨੇ, ਤੇ ਉਹ ਡਾਢੇ ਉਤਸ਼ਾਹ ਤੇ ਪ੍ਰੇਮ ਨਾਲ ਇਸ ਕਿਸਮ ਦੇ ਸ਼ਬਦਾਂ ਨੂੰ ਪੜ੍ਹ ਕੇ ਨਿਹਾਲ ਹੁੰਦਾ ਹੈ। ਮੀਤ ਕਰੈ ਸੋਈ ਹਮ ਮਾਨਾ, ਮੀਤ ਕੇ ਕਰਤਬ ਕੁਸ਼ਲ ਸਮਾਨਾ, ਏਕਾ ਟੇਕ ਮੇਰਾ ਮਨ ਚੀਤ, ਜਿਸ ਕਿਛ ਕਰਨਾ ਸੋ ਹਮਰਾ ਮੀਤ। ਮੀਤ ਹਮਾਰਾ ਵੇ ਪ੍ਰਵਾਹ, ਗੁਰ ਕਿਰਪਾ ਤੇ ਮੋਹਿ ਅਸਨਾਹ, ਮੀਤ ਹਮਾਰਾ ਅੰਤਰਜਾਮੀ, ਸਮਰੱਥ ਪੁਰਖ ਪਾਰ ਬ੍ਰਹਮ ਸੁਆਮੀ। ਹਮ ਦਾਸੇ ਤੁਮ ਠਾਕੁਰ ਮੇਰੇ, ਮਾਨ ਮਹਤ ਨਾਨਕ ਪ੍ਰਭ ਤੇਰੇ। ਮਿੱਤਰ ਦੀ ਅਵਸਥਾ ਵਿੱਚ ਗੁਰਸਿੱਖ ਰਹਿਣ ਲੱਗ ਜਾਵੇ ਤਾਂ ਗੁਰਬਾਣੀ ਗੁਰੂ ਕੇ ਸਿੱਖ ਨੂੰ ਵਾਹਿਗੁਰੂ ਦਾ ਸਿੱਖ ਨਾਲ ਮਿੱਤਰ ਤੋਂ ਵੀ ਇੱਕ ਹੋਰ ਵੱਡਾ ਰਿਸ਼ਤਾ ਦੱਸਣ ਲੱਗ ਪੈਂਦੀ ਹੈ। ਗੁਰਬਾਣੀ ਆਖਦੀ ਹੈ,
कि भावें मित्र दी पदवी बड़ी वड्डी है, पर इस नालों भी एक होर उच्ची पदवी है। तू असल विच वाहिगुरू नूं मित्र नालों भी वध प्यारा है। तू ते वाहिगुरू दा असली पुत्तर है। मित्र दा भावें किन्ना भी प्यार सत्कार होवे, पर मित्र दी जायदाद दा मालक नहीं हो सकदा। भाई तू ते वाहिगुरू दा असली पुत्तर है। उस दियां सब शक्तियां ते बरकतां दा मालक है, वारस है। नौकर ते मित्र भावें किन्ने भी चंगे क्यों ना होण, पर वो खून दा रिश्ता नहीं ना हो सकदे, सगों सदा वखरे रहणगे। पर पुत्तर विच इक्को खून होण करके कोई फर्क नहीं हुंदा। पुत्तर पिता दियां सब चीजां दा मालक हुंदा है। पुत्तर पिता दी थां ते खलो सकदा है, ते पुत्तर ਉਹ ਕੰਮ ਕਰਦਾ ਹੈ ਜੋ ਪਿਤਾ ਕਰਦਾ ਹੋਵੇ। ਗੁਰਬਾਣੀ ਦੀਆਂ ਐਸੀਆਂ ਦਿਲਬਰੀਆਂ ਨੂੰ ਸੁਣ ਕੇ ਸਿੱਖ ਅੰਦਰ ਇੱਕ ਨਵਾਂ ਚਾਅ ਤੇ ਉਤਸ਼ਾਹ ਪੈਦਾ ਹੁੰਦਾ ਹੈ। ਹੁਣ ਉਹ ਵਾਹਿਗੁਰੂ ਨੂੰ ਆਪਣਾ ਪਿਤਾ, ਮਾਤਾ, ਆਪਣਾ ਚਸ਼ਮਾ ਸਮਝਦਾ ਹੈ। ਵਾਹਿਗੁਰੂ ਤੋਂ ਪੈਦਾ ਹੋਣ ਕਰਕੇ ਗੁਰਸਿੱਖ ਨੂੰ ਗੁਰਬਾਣੀ ਦੱਸਦੀ ਏ ਕਿ ਤੇਰੇ ਅੰਦਰ ਉਹ ਸਾਰੀਆਂ ਸਿਫਤਾਂ ਮੌਜੂਦ ਨੇ ਜੋ ਮੇਰੇ ਪਿਤਾ ਵਾਹਿਗੁਰੂ ਵਿੱਚ ਨੇ। ਇਹੋ ਜਿਹੀਆਂ ਗੱਲਾਂ ਗੁਰਬਾਣੀ ਤੋਂ ਸੁਣ ਕੇ ਗੁਰੂ ਕਾ ਸਿੱਖ ਆਪਣੇ ਪਿਤਾ ਦੀਆਂ ਸਭ ਨਿਸ਼ਾਨੀਆਂ, ਸਭ ਸਿਫਤਾਂ ਆਪਣੇ ਆਪ ਵਿੱਚ ਮਹਿਸੂਸ ਕਰਨ ਲੱਗ ਪੈਂਦਾ ਹੈ। ਹੁਣ ਉਸ ਦੀ ਆਤਮਿਕ ਅਵਸਥਾ ਵਿੱਚ ਬੜਾ ਫਰਕ ਆ ਜਾਂਦਾ ਹੈ। ਉਹ ਆਪਣੀਆਂ ਪਹਿਲੀਆਂ ਸੇਵਕ ਤੇ ਮਿੱਤਰ ਵਾਲੀਆਂ ਦੋਵਾਂ ਅਵਸਥਾਵਾਂ ਨੂੰ ਲੰਘ ਕੇ ਆਪਣੇ ਆਪ ਨੂੰ ਵਾਹਿਗੁਰੂ ਦਾ ਪੁੱਤਰ ਮਹਿਸੂਸ ਕਰਦਾ ਹੈ। ਹੁਣ ਉਹ ਜਗਤ ਨੂੰ ਆਪਣੇ ਪਿਤਾ ਦੀ ਚੀਜ਼ ਸਮਝਦਾ ਹੈ ਤੇ ਪੁੱਤਰ ਹੋਣ ਕਰਕੇ ਜਗਤ ਉੱਤੇ, ਜਗਤ ਦੀਆਂ ਸ਼ਕਤੀਆਂ ਤੇ ਬਰਕਤਾਂ ਉੱਤੇ ਆਪਣਾ ਜਮਾਂਦਰੂ ਹੱਕ ਸਮਝਦਾ ਹੈ। ਉਹ ਆਪਣੇ ਆਪ ਨੂੰ ਸਾਰੀ ਰਚਨਾ ਦਾ ਸਿਰਤਾਜ ਜਾਂ ਪਾਤਸ਼ਾਹ ਮਹਿਸੂਸ ਕਰਦਾ ਹੈ। ਉਹ ਹੁਣ ਆਪਣੇ ਤੋਂ ਉੱਤੇ ਕੇਵਲ ਵਾਹਿਗੁਰੂ ਨੂੰ ਹੀ ਵੇਖਦਾ ਹੈ ਤੇ ਵਾਹਿਗੁਰੂ ਨੂੰ ਜੰਮਿਆ ਜਾਇਆ ਹੋਣ ਕਰਕੇ ਸਾਰੀ ਜਗਤ ਰਚਨਾ ਵਿੱਚ ਆਪਣੇ ਵਰਗੀ ਉੱਚੀ ਤੇ ਅਸਚਰਜ ਚੀਜ਼ ਹੋਰ ਕੋਈ ਨਹੀਂ ਵੇਖਦਾ। ਵਾਹਿਗੁਰੂ ਦਾ ਪੁੱਤਰ ਹੋਣ ਕਰਕੇ ਉਹ ਆਪ ਆਪਣੇ ਬਾਰੇ ਵਿੱਚ ਇਸ ਜਗਤ ਸੰਬੰਧੀ ਬੜੀਆਂ ਜ਼ਿੰਮੇਵਾਰੀਆਂ ਮਹਿਸੂਸ ਕਰਦਾ। ਹੁਣ ਉਹ ਜਗਤ ਦੇ ਹੋਰ ਜੀਵਾਂ ਨੂੰ ਆਪਣੇ ਪਿਤਾ ਦਾ ਪਤਾ ਦੱਸ ਕੇ, ਪਿਤਾ ਦਾ ਜਸ ਤੇ ਸਿਫਤਾਂ ਕਰ ਕਰਕੇ ਜਗਤ ਦੇ ਅਗਿਆਨੀ ਜੀਵਾਂ ਨੂੰ ਉਸ ਸੱਚੇ ਤੇ ਉੱਚੇ ਰਸਤੇ ਤੇ ਲਿਆਉਣ ਦੀ ਕੋਸ਼ਿਸ਼ ਕਰਦਾ ਹੈ, ਜਿਸ ਰਸਤੇ ਉੱਤੇ ਉਸ ਨੂੰ ਇਸ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਕਾਲੀ ਬਾਣੀ ਨੇ ਲਿਆਂਦਾ ਹੈ। ਉਹ ਆਪਣੇ ਆਪ ਨੂੰ ਪਰਮ ਸੁਖੀ ਤੇ ਪਰਮ ਸ਼ਾਂਤ ਵੇਖ ਕੇ ਇਹ ਚਾਹੁੰਦਾ ਹੈ ਕਿ ਦੁਨੀਆ ਦੇ ਦੁਖੀ, ਡਾਵਾਂਡੋਲ ਤੇ ਭਟਕ ਰਹੇ ਜੀਵ ਵੀ ਉਸ ਦੀ ਤਰ੍ਹਾਂ ਸ਼ਾਂਤ ਤੇ ਸੁਖੀ ਹੋ ਜਾਣ। ਉਸ ਦਾ ਜੀਵਨ ਵਾਹਿਗੁਰੂ ਦੇ ਅਤੇ ਆਪਣੇ ਪਿਤਾ ਪੁੱਤਰ ਵਾਲੇ ਰਿਸ਼ਤੇ ਦੇ ਮਹਾ ਆਨੰਦ ਨੂੰ ਮਾਣਨਾ ਚਾਹੁੰਦਾ ਹੈ ਤੇ ਜਗਤ ਦੇ ਪਰੇਸ਼ਾਨ ਜੀਵਾਂ ਨੂੰ ਵਾਹਿਗੁਰੂ ਕੋਲ ਲਿਆ ਕੇ ਸੁਖੀ ਬਣਾਉਣਾ ਚਾਹੁੰਦਾ ਹੈ। ਇਸ ਅਵਸਥਾ ਦੇ ਸਿੱਖ ਨੂੰ ਗੁਰਬਾਣੀ ਵਿੱਚੋਂ ਇਸ ਤਰ੍ਹਾਂ ਦੇ ਸ਼ਬਦ ਡਾਢੇ ਚੰਗੇ ਤੇ ਆਪਣੀ ਅੰਤਰਲੀ ਅਵਸਥਾ ਦੇ ਅਨੁਕੂਲ ਜਾਪਦੇ ਨੇ। ਜੈਸਾ ਨਾ ਉਹ ਮਰਤਾ ਨਾ ਹਮ ਡਰਿਆ, ਨਾ ਉਹ ਬਿਨਸੈ ਨਾ ਹਮ ਕੜਿਆ, ਨਾ ਉਹ ਨਿਰਧਨ ਨਾ ਹਮ ਭੂਖੇ, ਨਾ ਉਸ ਦੁਖ ਨਾ ਹਮ ਕਉ ਦੁਖੇ, ਅਵਰ ਨ ਕੋ ਮਾਰਨ ਵਾਰਾ, ਜਿਉ ਹਮਾਰਾ ਜਿਉ ਦੇਣਹਾਰਾ। ਨਾ ਉਸ ਬੰਧਨ ਨਾ ਹਮ ਬੰਧੇ, ਨਾ ਉਸ ਧੰਦਾ ਨਾ ਹਮ ਧਾਂਦੇ, ਨਾ ਉਸ ਮੈਲ ਨਾ ਹਮ ਕਉ ਮੈਲਾ, ਉਸ ਆਨੰਦ ਤਾਂ ਹਮ ਸਦ ਕੇਲਾ, ਨਾ ਉਸ ਸੋਚ ਨਾ ਹਮ ਕਉ ਸੋਚਾ, ਨਾ ਉਸ ਲੇਪ ਨਾ ਹਮ ਕਉ ਪੋਚਾ, ਨਾ ਉਸ ਭੂਖ ਨਾ ਹਮ ਕਉ ਤ੍ਰਿਸ਼ਨਾ, ਜਾਂ ਉਹ ਨਿਰਮਲ ਤਾਂ ਹਮ ਜਚਨਾ। ਭਾਵੇਂ ਸਿੱਖ ਅਤੇ ਵਾਹਿਗੁਰੂ ਦਾ ਪਿਤਾ ਪੁੱਤਰ ਦਾ ਰਿਸ਼ਤਾ ਬੜਾ ਉੱਚਾ ਰਿਸ਼ਤਾ ਹੈ, ਪਰ ਗੁਰਬਾਣੀ ਸਿੱਖ ਨੂੰ ਪਿਤਾ ਪੁੱਤਰ ਵਾਲੇ ਰਿਸ਼ਤੇ ਤੋਂ ਵੀ ਉੱਤੇ ਲੈ ਜਾਂਦੀ ਹੈ। ਭਾਵੇਂ ਪਿਤਾ ਦੀਆਂ ਚੀਜ਼ਾਂ ਪੁੱਤਰ ਵਾਸਤੇ ਹੀ ਹੁੰਦੀਆਂ ਨੇ, ਪਰ ਪਿਤਾ ਦੇ ਹੁੰਦਿਆਂ ਪਿਤਾ ਦੀਆਂ ਚੀਜ਼ਾਂ ਦਾ ਪੁੱਤਰ ਪੂਰਨ ਮਾਲਕ ਨਹੀਂ ਹੁੰਦਾ। ਇਸ ਤੋਂ ਇਲਾਵਾ ਪਿਤਾ ਤੇ ਪੁੱਤਰ ਭਾਵੇਂ ਇੱਕ ਦੂਜੇ ਦੇ ਕਿੰਨੇ ਨਜ਼ਦੀਕ ਕਿਉਂ ਨਾ ਹੋਣ,
ਫਿਰ ਵੀ ਉਹਨਾਂ ਦੀਆਂ ਵੱਖ-ਵੱਖ ਦੋ ਹਸਤੀਆਂ ਤੇ ਦੋ ਰਿਸ਼ਤੇ ਹੁੰਦੇ ਨੇ। ਗੁਰੂ ਕਾ ਸਿੱਖ ਜਦੋਂ ਨਾਮ ਕਮਾਈ ਕਰਦਾ ਹੈ, ਆਪਣੇ ਮੂਲ ਤੇ ਆਪਣੇ ਆਪੇ ਨੂੰ ਗੌਰ ਨਾਲ ਵੇਖਦਾ ਹੈ, ਤਾਂ ਉਸ ਵਿੱਚ ਤੇ ਉਸ ਦੇ ਮੂਲ ਵਿੱਚ ਜਿਹੜੀ ਸੂਖਮ ਦਵੈਤ ਹੁੰਦੀ ਹੈ ਨਾ, ਉਹ ਵੀ ਦੁਖਦਾਈ ਪ੍ਰਤੀਤ ਹੋਣ ਲੱਗ ਪੈਂਦੀ ਹੈ। ਇਸ ਅਵਸਥਾ ਦੇ ਗੁਰੂ ਕੇ ਸਿੱਖ ਅੰਦਰ ਆਪਣੇ ਮੂਲ ਵਿੱਚ ਚੁੱਭੀ ਲਾ ਕੇ ਗਵਾਚ ਜਾਣ ਦੀ, ਆਪਣੇ ਮੂਲ ਨਾਲ ਅਭੇਦ ਹੋਣ ਦੀ ਅਚੀਬ ਤੀਖਣ ਇੱਛਾ ਪੈਦਾ ਹੋ ਜਾਂਦੀ ਹੈ। ਗੁਰਬਾਣੀ ਉਸ ਦੀ ਇਸ ਰੀਝ ਨੂੰ ਦਬਾਉਣ ਦੀ ਬਜਾਏ ਸਗੋਂ ਹੋਰ ਵਧਾਉਂਦੀ ਹੈ, ਉਸ ਦੀ ਹੌਸਲਾ ਅਫਜ਼ਾਈ ਕਰਦੀ ਹੈ ਤੇ ਉਸ ਦੀ ਆਤਮਾ ਦੀ ਪਰਮ ਆਤਮਾ ਵਿੱਚ ਲੀਨ ਹੋਣ ਦੀ ਖਾਹਿਸ਼ ਦੀ ਸ਼ਲਾਘਾ ਕਰਦੀ ਹੈ। ਸਿਮਰਨ ਅਭਿਆਸੀ ਕਿਸੇ ਕਿਸੇ ਵੇਲੇ ਆਪਣੇ ਮੂਲ ਜਾਂ ਆਪਣੀ ਪਰਮ ਆਤਮਾ ਵਿੱਚ ਚੁੱਭੀ ਲਾ ਕੇ ਵੇਖਦਾ ਹੈ ਕਿ ਇਸ ਤਰ੍ਹਾਂ ਕਰਨ ਨਾਲ ਉਸ ਦੀ ਜੀਵ ਪੁਣੇ ਵਾਲੀ ਸਾਰੀ ਸੋਚ, ਭਾਵ ਜਿੰਨੀ ਵੀ ਮੋਰਟਲ ਸੈਂਸ ਹੈ, ਉਹ ਖਤਮ ਹੋ ਜਾਂਦੀ ਹੈ। ਪਰ ਉਹ ਆਪ ਇੱਕ ਅਜੀਬ ਉੱਚੀ ਸਮਝ ਵਿੱਚ, ਡਿਵਾਈਨ ਕੌਨਸ਼ੀਅਸਨੈਸ ਵਿੱਚ ਜਾਗ ਉੱਠਦਾ ਹੈ। ਅਭਿਆਸੀ ਇੱਥੇ ਵੇਖਦਾ ਹੈ ਕਿ ਵਾਹਿਗੁਰੂ ਨਾਲ ਅਭੇਦ ਹੋਣ ਵਿੱਚ ਉਸ ਦਾ ਆਪਣਾ ਆਪਾ ਗਵਾਚਦਾ ਨਹੀਂ, ਸਗੋਂ ਇੱਕ ਨਵੀਂ ਜ਼ਿੰਦਗੀ ਅਖਤਿਆਰ ਕਰ ਲੈਂਦਾ ਹੈ। ਇਸ ਨਵੀਂ ਜ਼ਿੰਦਗੀ ਦੇ ਸਭ ਦ੍ਰਿਸ਼ਟੀਕੋਣਾਂ ਤੋਂ ਦੇਖਿਆ ਉਸ ਨੂੰ ਪ੍ਰਤੀਤ ਹੁੰਦਾ ਹੈ ਕਿ ਉਹ ਆਪ ਤੇ ਕਦੀ ਵੀ ਕੁਝ ਨਹੀਂ ਸੀ, ਸਗੋਂ ਉਸ ਦਾ ਮੂਲ ਹੀ ਆਪਣੀਆਂ ਵੱਖ-ਵੱਖ ਹਾਲਤਾਂ ਵਿੱਚ ਵਿਚਰ ਕੇ ਇੱਕ ਅਜੀਬ ਚੋ ਜਾਂ ਖੇਡਾਂ ਖੇਡ ਰਿਹਾ ਸੀ। ਉਸ ਦਾ ਇੰਦਰੀਆਂ ਦੇ ਜੀਵਨ ਤੋਂ ਅਸੰਤੁਸ਼ਟ ਹੋਣਾ, ਉਸ ਦਾ ਵਾਹਿਗੁਰੂ ਦੀ ਸ਼ਰਨ ਵਿੱਚ ਆਉਣਾ, ਉਸ ਨੂੰ ਵਾਹਿਗੁਰੂ ਦੀ ਦੱਸ ਪੈਣੀ, ਜਾਂ ਉਸ ਦਾ ਵਾਹਿਗੁਰੂ ਦਾ ਪਹਿਲੋਂ ਸੇਵਕ ਤੇ ਮਗਰੋਂ ਮਿੱਤਰ ਬਣਨਾ, ਉਸ ਦਾ ਮਿੱਤਰ ਦੇ ਦਰਜੇ ਤੋਂ ਉੱਚੇ ਹੋ ਕੇ ਵਾਹਿਗੁਰੂ ਦਾ ਪੁੱਤਰ ਹੋਣਾ, ਇਹ ਸਭ ਵਾਹਿਗੁਰੂ ਜੀ ਦੀਆਂ ਕਈ ਹਾਲਤਾਂ ਦੇ ਵੱਖ-ਵੱਖ ਨਾਮ ਨੇ। ਅਸਲ ਵਿੱਚ ਦੋਵੇਂ ਪਾਸੇ ਵਾਹਿਗੁਰੂ ਆਪ ਹੀ ਇਹ ਸਾਰੀ ਅਦਾ ਕਰ ਰਿਹਾ ਸੀ, ਇਹ ਸਾਰੇ ਪਾਰਟ ਖੇਡ ਰਿਹਾ ਸੀ। ਜਿਵੇਂ ਸਤਿਗੁਰੂ ਬਾਣੀ ਵਿੱਚ ਸਮਝਾਉਂਦੇ ਨੇ, ਮੈਂ ਨਾਹੀਂ ਪ੍ਰਭ ਸਭ ਕਿਛ ਤੇਰਾ, ਈਗ ਹੈ ਭਾਵ ਇਸ ਪਾਸੇ, ਈਗ ਹੈ ਨਿਰਗੁਣ, ਊਗ ਹੈ ਭਾਵ ਦੂਸਰੇ ਪਾਸੇ, ਊਗ ਹੈ ਸਰਗੁਣ। ਕੇਲ ਕਰਤ ਵਿੱਚ ਸੁਆਮੀ ਮੇਰਾ, ਨਗਰ ਮੈਂ ਆਪ ਭਾਵ ਮੇਰੇ ਸਰੀਰ ਵਿੱਚ ਆਪ ਸੀ, ਬਾਹਰ ਫੁਣ ਆਪਨ, ਪ੍ਰਭ ਮੇਰੇ ਕੋ ਸਗਲ ਬਸੇਰਾ, ਆਪੇ ਹੀ ਰਾਜਨ ਆਪੇ ਹੀ ਰਾਇਆ, ਕਹਿ ਕਹਿ ਠਾਕੁਰ ਕਹਿ ਕਹਿ ਚੇਰਾ, ਕਾਕਉ ਦੁਰਾਓ, ਕਾਸਿਓ ਬਲਬੰਚਾ। ਕਿਸ ਨਾਲ ਲੁਕਾਓ ਜਾਂ ਛੁਪਾਓ ਸੀ ਤੇ ਕਿਸ ਨਾਲ ਵਲਛੜ ਸੀ, ਨਹੀਂ ਜੈ ਜੈ ਪੇਖੋਂ ਤੈ ਤੈ ਨੇਰਾ, ਸਾਧ ਮੂਰਤ ਗੁਰ ਭੇਟਿਓ ਨਾਨਕ, ਮਿਲ ਸਾਗਰ ਬੂੰਦ ਨਹੀਂ ਅਨਹੇਰਾ। ਭਾਵ ਬੂੰਦ ਨੂੰ ਸਾਗਰ ਵਿੱਚ ਲੀਨ ਹੋ ਜਾਣ ਨਾਲ ਹੁਣ ਕੁਝ ਵੀ ਵੱਖਰਾ ਨਹੀਂ ਦਿਸਦਾ। ਆਤਮ ਮਾਰਗ ਦੀ ਇਸ ਆਖਰੀ ਤੇ ਸੁਭਾਗ ਅਵਸਥਾ ਵਿੱਚ ਸਿੱਖ ਵਾਹਿਗੁਰੂ ਦਾ ਰੂਪ ਹੋ ਜਾਂਦਾ ਹੈ ਤੇ ਵਾਹਿਗੁਰੂ ਦਾ ਰੂਪ ਹੋ ਕੇ ਬ੍ਰਹਮ ਦ੍ਰਿਸ਼ਟੀ ਨਾਲ ਸਭ ਕਰਮ ਕਰਦਾ ਹੈ। ਐਸੇ ਗੁਰੂ ਕੇ ਸਿੱਖ ਨੂੰ ਗੁਰਬਾਣੀ ਵਿੱਚ ਬ੍ਰਹਮ ਗਿਆਨੀ ਆਖਿਆ ਗਿਆ ਤੇ ਬ੍ਰਹਮ ਗਿਆਨੀ ਦੇ ਲੱਛਣ ਇਸ ਤਰ੍ਹਾਂ ਦੇ ਲਿਖੇ ਨੇ। ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮੈਲ ਨਾ ਲਾਗੈ ਜਲਾ, ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸ, ਜੈਸੇ ਧਰ ਉਪਰ ਆਕਾਸ਼, ਬ੍ਰਹਮ ਗਿਆਨੀ ਕੈ ਮਿੱਤਰ ਸ਼ਤਰ ਸਮਾਨ, ਜੈਸੇ ਰਾਜ ਰੰਕ ਕਉ ਲਾਗੈ ਤੁਲ ਪਵਾਨ। ਜਾਂ ਫਿਰ ਬ੍ਰਹਮ ਗਿਆਨੀ ਊਚ ਤੇ ਊਚਾ, ਮਨ ਆਪਣੇ ਹੈ ਸਭ ਤੇ ਨੀਚਾ, ਬ੍ਰਹਮ ਗਿਆਨੀ ਸੇ ਜਨ ਭਏ, ਨਾਨਕ ਜਿਨ ਪ੍ਰਭ ਆਪ ਕਰੇ। ब्रह्म ज्ञानी ब्रह्म का बेता, ब्रह्म ज्ञानी एक संग हेता, ब्रह्म ज्ञानी का होए अचिंत, ब्रह्म ज्ञानी का निर्मल मंत, ब्रह्म ज्ञानी जिस करे प्रभ आप, ब्रह्म ज्ञानी का बड़ प्रताप, ब्रह्म ज्ञानी का दरस
बड़ भागी पाइयै, ब्रह्म ज्ञानी कहो बल बल जाइयै, ब्रह्म ज्ञानी कहो खोजै है महेश्वर, नानक ब्रह्म ज्ञानी आप परमेश्वर। जानना ਅਤੇ ਪਾਉਣਾ। ਜਦੋਂ ਕਿਸੇ ਨੂੰ ਆਪਣੇ ਪਿਤਾ ਪਿਤਾਮੇ ਦੀ ਵਸੀਅਤ ਜਾਂ ਹੋਰ ਕਿਸੇ ਲਿਖਤ ਦੁਆਰਾ ਇਹ ਪਤਾ ਲੱਗੇ ਕਿ ਉਸ ਦੇ ਘਰ ਦੀ ਫਲਾਣੀ ਨੁੱਕਰ ਵਿੱਚ ਬਹੁਤ ਵੱਡਾ ਖਜ਼ਾਨਾ ਦੱਬਿਆ ਹੋਇਆ ਹੈ, ਤਾਂ ਉਸ ਨੂੰ ਕੁਦਰਤੀ ਤੌਰ ਤੇ ਬਹੁਤ ਅਚੰਭੇ ਭਰੀ ਖੁਸ਼ੀ ਹੋਵੇਗੀ। ਪਰ ਜੇ ਇਸ ਤੋਂ ਅੱਗੇ ਉਹ ਉਸ ਖਜ਼ਾਨੇ ਨੂੰ ਕੱਢਣ ਸੰਬੰਧੀ ਕੋਈ ਯਤਨ ਨਾ ਕਰੇ, ਜ਼ਮੀਨ ਖੋਦਣ ਦਾ ਸਮਾਨ ਇਕੱਠਾ ਨਾ ਕਰੇ, ਜ਼ਮੀਨ ਨੂੰ ਖੋਦੇ ਨਾ, ਤੇ ਜਿੰਨੀ ਡੂੰਘਾਈ ਤੇ ਜਾ ਕੇ ਖਜ਼ਾਨੇ ਨੇ ਦਿਸਣਾ ਉਥੋਂ ਤੱਕ ਪੂਰੀ ਖੁਦਾਈ ਨਾ ਕਰੇ, ਤਾਂ ਹਰਗਿਜ਼ ਉਹ ਖਜ਼ਾਨੇ ਨੂੰ ਪ੍ਰਾਪਤ ਨਹੀਂ ਕਰ ਸਕੇਗਾ। ਜੇ ਸਾਰੀ ਜ਼ਮੀਨ ਨੂੰ ਖੋਦ ਕੇ ਸਿਰਫ 5-6 ਇੰਚ ਜ਼ਮੀਨ ਖੋਦਣ ਤੋਂ ਵੀ ਪਿੱਛੇ ਰਹਿ ਜਾਏ, ਤਾਂ ਫਿਰ ਇਹੋ ਜਿਹੀ ਸਾਰੀ ਮਿਹਨਤ ਜਿਹੋ ਜਿਹੀ ਕੀਤੀ ਜਾਂ ਨਾ ਕੀਤੀ ਦੋਵੇਂ ਬਰਾਬਰ ਨੇ। ਜਦੋਂ ਤੱਕ ਧੁਰ ਹੇਠਲੀ 6 ਇੰਚ ਮਿੱਟੀ ਨਾ ਪੁੱਟੇ, ਖਜ਼ਾਨਾ ਉਸ ਦੀਆਂ ਅੱਖਾਂ ਤੋਂ ਓਲੇ ਹੀ ਓਲੇ ਰਵੇਗਾ, ਤੇ ਓਨਾ ਹੀ ਓਲੇ ਰਵੇਗਾ ਜਿੰਨਾ ਕਿ ਖੁਦਾਈ ਸ਼ੁਰੂ ਕਰਨ ਤੋਂ ਪਹਿਲਾਂ ਸੀ। ਜਦ ਤੱਕ ਖਜ਼ਾਨੇ ਨੂੰ ਜ਼ਮੀਨ ਵਿੱਚੋਂ ਕੱਢ ਕੇ ਆਪਣੀ ਮਲਕੀਅਤ ਨਾ ਬਣਾ ਲਵੇ, ਉਸ ਆਦਮੀ ਦਾ ਆਪਣੇ ਆਪ ਨੂੰ ਅਮੀਰ ਕਹਿਣਾ ਜਾਂ ਅਮੀਰ ਸਮਝਣਾ ਕੋਈ ਅਰਥ ਨਹੀਂ ਰੱਖਦਾ, ਸਗੋਂ ਆਪਣੇ ਆਪ ਨੂੰ ਹਾਸੋਹੀਣਾ ਬਣਾਉਣ ਵਾਲੀ ਗੱਲ ਹੈ। ਸੱਚ ਦੇ ਅਭਿਲਾਸ਼ੀਆਂ ਨੂੰ, ਜਿਨ੍ਹਾਂ ਨੂੰ ਗੁਰੂਆਂ ਨੇ ਇਹ ਦੱਸ ਦਿੱਤਾ ਹੋਵੇ ਕਿ ਉਹਨਾਂ ਦੇ ਅੰਦਰ ਦੀਨ ਦੁਨੀਆ ਦੇ ਖਜ਼ਾਨੇ ਦੱਬੇ ਪਏ ਨੇ, ਖਬਰ ਸੁਣਨ ਉੱਤੇ ਜਾਂ ਇਹਨਾਂ ਜਾਣਨ ਉੱਤੇ ਆਕੜ ਪੈਣਾ ਤੇ ਆਪਣੇ ਆਪ ਨੂੰ ਬ੍ਰਹਮ ਸਮਝ ਲੈਣਾ ਤੇ ਬ੍ਰਹਮ ਕਹਿਣਾ ਖਜ਼ਾਨੇ ਨੂੰ ਲੱਭਣ ਤੋਂ ਪਹਿਲਾਂ ਅਮੀਰ ਬਣ ਬੈਠਣ ਵਾਲੀ ਗਲਤੀ ਹੈ। ਨਿਰੀਆਂ ਕਿਤਾਬਾਂ ਪੜ੍ਹਿਆ ਜਾਂ ਮਹਾਤਮਾਵਾਂ ਦੇ ਬਚਨ ਸੁਣਿਆ ਰੱਬ ਕਦੇ ਵੀ ਨਹੀਂ ਮਿਲਦਾ। ਕਬੀਰ ਸਾਚਾ ਸਤਿਗੁਰ ਕਿਆ ਕਰੇ, ਜੋ ਸਿੱਖਾਂ ਮੈਂ ਚੂਕ। ਰੱਬ ਨੂੰ ਮਿਲਣ ਵਾਸਤੇ ਉਸ ਨੂੰ ਆਪਣੇ ਅੰਦਰ ਲੱਭਣਾ, ਪ੍ਰਾਪਤ ਕਰਨਾ ਤੇ ਉਸ ਵਿੱਚ ਆਪਣਾ ਆਪਾ ਭੁਲਾ ਕੇ ਸਮਾ ਜਾਣਾ, ਉਸ ਦਾ ਰੂਪ ਬਣ ਕੇ ਉਸ ਦੀਆਂ ਅੱਖਾਂ ਵਿੱਚੋਂ ਜਗਤ ਰਚਨਾ ਨੂੰ ਵੇਖਣਾ ਤੇ ਅਖੀਰ ਅਟਲ ਪਦਵੀ ਜਾਂ ਪਰਮ ਪਦ ਨੂੰ ਪ੍ਰਾਪਤ ਕਰ ਲੈਣਾ ਅਤ ਜ਼ਰੂਰੀ ਹੈ। ਇਸ ਤੋਂ ਪਹਿਲਾਂ ਆਪਣੇ ਆਪ ਨੂੰ ਪੂਰਨ ਸਮਝਣਾ ਆਪਣੇ ਆਪ ਨੂੰ ਧੋਖਾ ਦੇਣ ਵਾਲੀ ਗੱਲ ਹੈ। ਸੱਤ ਮਾਰਗ ਤੇ ਚੱਲਣ ਵਾਲਿਆਂ ਨੂੰ ਮਨ ਬਹੁਤ ਟਪਲੇ ਲਗਾਉਂਦਾ ਤੇ ਭੁਲੇਖਿਆਂ ਵਿੱਚ ਪਾਉਂਦਾ। ਕਿਸੇ ਵੇਲੇ ਮਨ ਦੇ ਭੁਲੇਖੇ ਇਹੋ ਜਿਹੇ ਕਾਰਗਰ ਹੁੰਦੇ ਨੇ ਕਿ ਮੁੱਦਤਾਂ ਤੱਕ ਅਭਿਆਸੀ ਨੂੰ ਪਤਾ ਹੀ ਨਹੀਂ ਲੱਗਦਾ। ਉਤੋਂ ਆਪਣੇ ਆਪ ਨੂੰ ਆਜ਼ਾਦ ਸਮਝਦਾ, ਪਰ ਅਸਲ ਵਿੱਚ ਆਪਣੀਆਂ ਬੇੜੀਆਂ ਨੂੰ ਵਧਾ ਲੈਂਦਾ ਹੈ। ਆਤਮਿਕ ਅਸੂਲਾਂ ਨੂੰ ਆਪਣੀ ਮਰਜ਼ੀ ਮੁਤਾਬਕ ਭੰਨ ਕੇ ਅਭਿਆਸੀ ਦੇ ਪੇਸ਼ ਕਰਨਾ ਮਨ ਦਾ ਖੱਬੇ ਹੱਥ ਦਾ ਕੰਮ ਹੈ। ਵਾਹਿਗੁਰੂ ਇੱਕ ਹੈ, ਸਾਰਿਆਂ ਵਿੱਚ ਰਵਿਆ ਹੋਇਆ ਤੇ ਉਸ ਤੋਂ ਬਗੈਰ ਕੁਝ ਵੀ ਨਹੀਂ। ਜਿਵੇਂ ਭਗਤ ਨਾਮਦੇਵ ਜੀ ਆਖਦੇ ਨੇ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਇਸ ਆਤਮਿਕ ਸੱਚਾਈ ਨੂੰ ਮਨ ਕਿਸੇ ਵੇਲੇ ਇਸ ਤਰ੍ਹਾਂ ਭੰਨ ਤੋੜ ਕੇ ਪੇਸ਼ ਕਰਦਾ ਹੈ ਕਿ ਜੇ ਵਾਹਿਗੁਰੂ ਸਭ ਪਾਸੇ ਤੇ ਸਭ ਵਿੱਚ ਹੈ ਤਾਂ ਮੇਰੇ ਵਿੱਚ ਵੀ ਰੱਬ ਹੈ, ਤੇ ਜੇ ਮੈਂ ਹੀ ਰੱਬ ਹਾਂ, ਮੈਂ ਹੀ ਪਰਮੇਸ਼ਰ ਹਾਂ, ਤੇ ਫਿਰ ਮੈਨੂੰ ਪਾਪ ਪੁੰਨ ਕਾਹਦਾ, ਮੈਂ ਜੋ ਮਰਜ਼ੀ ਕਰਾਂ। ਇਹ ਕਹਿ ਕੇ ਮਨ ਅਭਿਆਸੀ ਨੂੰ ਆਪਣੀਆਂ ਨੀਚ ਤੇ ਮੰਦ ਵਾਸ਼ਨਾਵਾਂ ਨੂੰ ਬੇਖੌਫ ਪੂਰੀਆਂ ਕਰਨ ਲਈ ਪ੍ਰੇਰਦਾ ਹੈ। ਫਿਰ ਮਨ ਇਸੇ ਸੱਚਾਈ ਨੂੰ ਕਿਸੇ ਹੋਰ ਤਰੀਕੇ ਵਿੱਚ ਪੇਸ਼ ਕਰਦਾ ਹੈ। ਜੇ ਵਾਹਿਗੁਰੂ ਹੀ ਵਾਹਿਗੁਰੂ ਹੈ ਤਾਂ ਉਸ ਤੋਂ ਬਗੈਰ ਹੋਰ ਕੁਝ ਹੈ ਹੀ ਨਹੀਂ, ਤਾਂ ਫਿਰ ਭਜਨ ਬੰਦਗੀ ਜਾਂ ਸਿਮਰਨ ਕੌਣ ਕਿਸ ਦੀ ਕਰੇ? ਭਜਨ ਬੰਦਗੀ ਦੀ ਲੋੜ ਕੀ ਹੈ? ਉਸ ਨੂੰ ਲੋੜ ਹੋਵੇਗੀ ਜਿਸ ਨੂੰ ਪਤਾ ਨਹੀਂ। ਮੈਨੂੰ ਤੇ ਪਤਾ ਲੱਗ ਗਿਆ ਕਿ ਸਾਰਾ ਕੁਝ ਰੱਬ ਹੈ, ਇਸ ਵਾਸਤੇ ਭਜਨ ਬੰਦਗੀ ਮੇਰੇ ਵਾਸਤੇ ਨਹੀਂ। ਇਸ ਕਿਸਮ ਦੀਆਂ ਅਨੇਕਾਂ ਗੁੰਝਲਾਂ ਅਭਿਆਸੀ ਵਾਸਤੇ ਉਸ ਦਾ ਮਨ ਹੀ ਪੈਦਾ ਕਰਦਾ ਹੈ। ਮੈਂ ਕਈ ਸਾਰੇ ਸਾਧੂ ਪ੍ਰਚਾਰਕ ਕੇਵਲ ਜਾਣਨ ਨੂੰ ਹੀ
ਪਾ ਲੈਣਾ, ਇਹ ਸਮਝ ਲੈਣ ਦੇ ਭੁਲੇਖੇ ਵਿੱਚ ਜ਼ਿੰਦਗੀ ਬਤੀਤ ਕਰਦੇ ਵੇਖੇ ਗਏ ਨੇ। ਹਰੇਕ ਸੱਚ ਦੇ ਖੋਜੀ ਨੂੰ ਮਨ ਦੇ ਫਰੇਬਾਂ ਤੋਂ ਖਬਰਦਾਰ ਰਹਿਣਾ ਚਾਹੀਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖੇ ਮਹਾਂਵਾਕਾਂ ਤੇ ਖਾਸ ਭਰੋਸਾ ਹੋਣ ਕਰਕੇ ਮੈਂ ਮਨ ਦੇ ਫਰੇਬਾਂ ਵਿੱਚ ਫਸ ਤਾਂ ਜਾਂਦਾ ਸਾਂ, ਪਰ ਕੁਝ ਚਿਰ ਟੱਕਰਾਂ ਮਾਰ ਕੇ ਬੜੀ ਜਲਦੀ ਬਚ ਜਾਂਦਾ ਸਾਂ, ਕਿਉਂਕਿ ਗੁਰੂ ਦੀ ਬਾਣੀ ਉੱਤੇ ਮੇਰਾ ਅਟਲ ਵਿਸ਼ਵਾਸ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੋਜ਼ਾਨਾ ਦਰਸ਼ਨ ਤੇ ਗੁਰਬਾਣੀ ਦਾ ਪਾਠ, ਇਸ ਗੱਲ ਤੇ ਵੀ ਮਨ ਬੜੇ ਅਜੀਬ ਤੇ ਆਪਣੇ ਮਤਲਬ ਦੇ ਮੁਆਫਕ ਇਤਰਾਜ਼ ਕਰਦਾ ਰਹਿੰਦਾ ਸੀ, ਤੇ ਆਪਣੇ ਖਿਆਲਾਂ ਨੂੰ ਗੁਰਬਾਣੀ ਦੇ ਗੁਰੂ ਦੇ ਬਚਨਾਂ ਹੇਠ ਰੱਖਣ ਦੀ ਜੁਗਤੀ ਨੇ ਮੈਨੂੰ ਮਨ ਦੀਆਂ ਕਈ ਚਲਾਕੀਆਂ ਤੋਂ ਬੜੀ ਹੱਦ ਤੱਕ ਬਚਾਈ ਰੱਖਿਆ। ਗੁਰਬਾਣੀ ਨੂੰ ਭਰੋਸੇ ਨਾਲ ਪੜ੍ਹਿਆਂ ਮਨ ਉੱਤੇ ਕੁਦਰਤੀ ਕਾਬੂ ਹੋ ਜਾਂਦਾ ਹੈ, ਜੋ ਅਭਿਆਸੀ ਵਾਸਤੇ ਬੜੀ ਜ਼ਰੂਰੀ ਗੱਲ ਹੈ। ਮਨ ਜੀਤੈ ਜਗ ਜੀਤ, ਬਿਲਕੁਲ 16 ਆਨੇ ਸੱਚ ਗੱਲ ਜੇ। ਜਦੋਂ ਅਭਿਆਸੀ ਉੱਪਰਲੀਆਂ ਮੰਜ਼ਲਾਂ ਵਿੱਚ ਪਹੁੰਚ ਜਾਵੇ ਤਾਂ ਉਸ ਨੂੰ ਮਨ ਦੇ ਫਰੇਬਾਂ ਤੋਂ ਬਚਣ ਦਾ ਬਹੁਤ ਸਾਰਾ ਵੱਲ ਆ ਜਾਂਦਾ ਹੈ। ਉਹ ਗੁਰੂ ਦੇ ਆਸ਼ੇ ਅਨੁਸਾਰ ਗੁਰਬਾਣੀ ਦੇ ਮਤਲਬ ਕੱਢਣ ਵਿੱਚ ਤਾਕ ਹੋ ਜਾਂਦਾ ਹੈ। ਆਤਮਿਕ ਸੱਚਾਈ ਨੂੰ ਠੀਕ ਤੌਰ ਤੇ ਸਮਝਣਾ ਬੜੀ ਜ਼ਰੂਰੀ ਗੱਲ ਹੈ। ਜਦੋਂ ਸਮਝ ਵਿੱਚ ਆਤਮਿਕ ਸੱਚਾਈ ਬੈਠ ਜਾਏ ਤਾਂ ਉਸ ਨੂੰ ਦਿਨ ਰਾਤ ਕਮਾਉਣਾ ਵੀ ਬੜਾ ਜ਼ਰੂਰੀ ਹੈ। ਜਦੋਂ ਕਮਾਈ ਪੱਕੀ ਤੇ ਪੂਰਨ ਹੋ ਜਾਏ ਫਿਰ ਉਸ ਦੇ ਨਤੀਜੇ ਸਾਰੇ ਪਾਸੇ ਖੁਦ ਬਖੁਦ ਜ਼ਾਹਰ ਹੋ ਜਾਂਦੇ ਨੇ, ਪਹਿਲੋਂ ਨਹੀਂ ਹੁੰਦੇ। ਇਹ ਤਾਂ ਨਾ ਬੜੇ ਸਬਰ ਤੇ ਬੜੇ ਹੌਸਲੇ ਦੀ ਖੇਡ ਹੈ। ਸੱਚ ਨੂੰ ਜਾਣਨ ਵਿੱਚ ਤੇ ਸੱਚ ਬਣਨ ਵਿੱਚ ਬੜਾ ਫਰਕ ਹੈ। ਧਾਰਮਿਕ ਕਿਤਾਬਾਂ ਪੜ੍ਹਨੀਆਂ, ਮਹਾਤਮਾਵਾਂ ਦੇ ਬਚਨ ਸੁਣਨੇ, ਗੁਰਬਾਣੀ ਪੜ੍ਹਨੀ, ਵਾਹਿਗੁਰੂ ਸੰਬੰਧੀ ਕੁਝ ਤਸੱਵਰ ਸਾਡੇ ਮਨ ਵਿੱਚ ਜ਼ਰੂਰ ਪੈਦਾ ਕਰ ਦਿੰਦੀ ਹੈ, ਜਾਂ ਵਾਹਿਗੁਰੂ ਸੰਬੰਧੀ, ਵਾਹਿਗੁਰੂ ਨੂੰ ਮਿਲਣ ਸੰਬੰਧੀ ਚਾਹ ਪੈਦਾ ਕਰ ਦਿੰਦੀ ਹੈ। ਪਰ ਇਹ ਚਾਹ ਵਾਹਿਗੁਰੂ ਦਾ ਮਿਲਾਪ ਨਹੀਂ, ਜਾਂ ਇਹ ਇਮੈਜੀਨੇਸ਼ਨ ਕਿ ਵਾਹਿਗੁਰੂ ਅੰਗ ਸੰਗ ਹੈ, ਵਾਹਿਗੁਰੂ ਦਾ ਅੰਗ ਸੰਗ ਪ੍ਰਤੀਤ ਕਰਨਾ ਨਹੀਂ। ਕਈ ਵਿਦਵਾਨ, ਕਈ ਪੜ੍ਹੇ ਲਿਖੇ ਸ਼ਾਇਦ ਮੇਰੇ ਨਾਲ ਇੱਥੇ ਸਹਿਮਤ ਨਹੀਂ ਹੋਣਗੇ, ਪਰ ਮੇਰਾ ਆਪਣਾ ਜ਼ਾਤੀ ਤਜਰਬਾ ਹੈ ਕਿ ਅਕਾਲ ਪੁਰਖ ਦੇ ਦਿਮਾਗੀ ਤਸੱਵਰ ਭਾਵ ਇੰਟੈਲੈਕਚੁਅਲ ਇਮੈਜੀਨੇਸ਼ਨ ਜਾਂ ਸੱਚ ਦੀ ਪ੍ਰਾਪਤੀ ਭਾਵ ਐਕਚੁਅਲ ਯੂਨਿਟੀ ਵਿਦ ਗਾਡ, ਇਹਨਾਂ ਦੋਹਾਂ ਗੱਲਾਂ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਬਸ ਇਹ ਓਨਾ ਹੀ ਫਰਕ ਹੈ ਜਿੰਨਾ ਕਿਤਾਬਾਂ ਦੇ ਜ਼ਰੀਏ ਅਮਰੀਕਾ ਦੇ ਸੰਬੰਧੀ ਖਿਆਲੀ ਇਮੈਜੀਨੇਸ਼ਨ ਕਰ ਲੈਣੀ ਜਾਂ ਸੱਚੀ ਮੁੱਚੀ ਉੱਥੇ ਜਾ ਕੇ ਸੈਰ ਕਰਨ ਵਿੱਚ। ਕਈ ਸਾਧੂਆਂ ਤੇ ਹੋਰ ਆਦਮੀਆਂ ਨੂੰ ਬ੍ਰਹਮ ਗਿਆਨੀ ਆਪ ਪਰਮੇਸ਼ਰ ਆਖਦਿਆਂ ਆਪਣੇ ਆਪ ਨੂੰ ਬ੍ਰਹਮ ਰੂਪ ਸਮਝਦੇ ਵੇਖਿਆ, ਪਰ ਉਹਨਾਂ ਵਿੱਚ ਅਸਲ ਬ੍ਰਹਮ ਗਿਆਨੀਆਂ ਦੇ ਲੱਛਣ ਮੌਜੂਦ ਨਹੀਂ ਸਨ। ਜਾਣਨ ਵਿੱਚ ਤੇ ਪਾਉਣ ਵਿੱਚ ਬੜਾ ਫਰਕ ਹੈ। ਅਭਿਆਸੀ ਬੰਦੇ ਨੂੰ ਇਸ ਨੁਕਤੇ ਦਾ ਬੜਾ ਖਿਆਲ ਰੱਖਣਾ ਚਾਹੀਦਾ ਹੈ। ਹਰੇਕ ਆਤਮਿਕ ਸੱਚਾਈ ਪਹਿਲਾਂ ਪਹਿਲ ਦਿਮਾਗ ਵਿੱਚ, ਅੰਤਸ਼ਕਰਨ ਵਿੱਚ ਆ ਕੇ ਪ੍ਰਗਟ ਹੁੰਦੀ ਹੈ, ਅਕਲ ਵਿੱਚ ਬੈਠਦੀ ਹੈ। ਮਨ ਧੋਖਾ ਦਿੰਦਾ ਹੈ ਕਿ ਬਸ ਪੂਰੇ ਹੋ ਹੀ ਗਏ, ਪਰ ਇਸ ਧੋਖੇ ਤੋਂ ਬੜੀ ਹੁਸ਼ਿਆਰੀ ਨਾਲ ਬਚਣਾ ਚਾਹੀਦਾ ਹੈ। ਜਦੋਂ ਅਭਿਆਸ ਦੇ ਜ਼ਰੀਏ ਉਸ ਸੱਚਾਈ ਨੂੰ ਅਭਿਆਸੀ ਆਪਣੇ ਆਪ ਤੇ ਘਟਾਉਂਦਾ ਹੈ, ਉਸ ਨੂੰ ਅਮਲ ਵਿੱਚ ਲਿਆਉਂਦਾ ਹੈ, ਤਦ ਹੀ ਉਹ ਉਸ ਸੱਚਾਈ ਦਾ ਰੂਪ ਬਣ ਸਕਦਾ ਹੈ, ਪਹਿਲੋਂ ਨਹੀਂ। ਪਹਿਲੀ ਅਵਸਥਾ ਵਿੱਚ ਅਭਿਆਸੀ ਤੇ ਸੱਚਾਈ ਇੱਕ ਹੁੰਦੇ ਨੇ। ਜਦ ਅਭਿਆਸੀ ਦੀ ਰਗ ਰਗ, ਨਸ ਨਸ ਤੇ ਖੂਨ ਦੇ ਹਰ ਕਤਰੇ ਵਿੱਚ ਸੱਚਾਈ ਨਿਵਾਸ ਕਰ ਜਾਂਦੀ ਹੈ ਤਾਂ ਉਹ ਸੱਚ ਹੀ ਸੁਭਾਵਕ ਹੀ ਸੱਚੇ ਵਾਹਿਗੁਰੂ ਦਾ ਰੂਪ ਹੋ ਜਾਂਦਾ ਹੈ। ਫਿਰ ਇਹ ਸੱਚਾਈ ਤਤੀਆਂ ਤਵੀਆਂ ਤੇ ਬਿਠਾ ਕੇ ਜਾਂ ਚਰਖੜੀਆਂ ਤੇ ਚੜਾ ਕੇ ਵੀ ਅਭਿਆਸੀ ਨਾਲੋਂ ਨਿਖੇੜੀ ਨਹੀਂ ਜਾ ਸਕਦੀ। ਉਸ ਅਵਸਥਾ ਨੂੰ ਆਖਦੇ ਨੇ ਬ੍ਰਹਮ ਗਿਆਨੀ ਆਪ ਪਰਮੇਸ਼ਰ।